You are now about to witness the strength of street knowledge. You are now about to witness the strength of street knowledge. You are now about to witness the strength of street knowledge. Hello students, welcome to my class. Students ਅਸੀਂ ਚੈਪਟਰ 8 ਹਿਊਮਨ ਹੈਲਥ ਐਂਡ ਡਿਜ਼ੀਜ਼ ਡਿਸਕਸ ਕਰ ਰਹੇ ਸੀਗੇ। ਅਸੀਂ ਆਪਣੇ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਡਰੱਗ ਅਬਿਊਜ਼ ਐਂਡ ਟਾਈਪਸ ਆਫ ਡਰੱਗ ਡਿਸਕਸ ਕੀਤਾ ਸੀਗਾ। ਅਸੀਂ ਅੱਜ ਇਸ ਲੈਕਚਰ ਦੇ ਵਿੱਚ ਟੋਬੈਕੋ ਐਂਡ ਐਲਕੋਹਲ ਬਾਰੇ ਡਿਸਕਸ ਕਰਾਂਗੇ। ਸੋ ਪਹਿਲਾਂ ਅਸੀਂ ਟੌਪਿਕ ਲੈਂਦੇ ਹਾਂ ਟੋਬੈਕੋ, ਤੰਬਾਕੂ ਜਿਹਨੂੰ ਕਹਿੰਦੇ ਆ। ਇਟ ਇਜ਼ ਨੋਨ ਐਜ਼ ਦਾ ਕਿਲਰ ਵੀਡ, ਇਹਨੂੰ ਕਿਲਰ ਵੀਡ ਵੀ ਕਹਿੰਦੇ ਆ। And ਇਹਦੀ ਹਿਸਟਰੀ ਕੀ ਹੈ ਟੋਬੈਕੋ ਦੀ? ਟੋਬੈਕੋ is used by the humans for more than 400 years. Today it is smoked all over the world. It was first used by Red Indians Americans. Red Indian Americans ਦੁਆਰਾ ਇਹ ਸਭ ਤੋਂ ਪਹਿਲਾਂ यूज ਕੀਤਾ ਗਿਆ ਔਰ ਇਹਦੀ ਹਿਸਟਰੀ 400 ਸਾਲ ਪੁਰਾਣੀ ਹੈਗੀ ਹੈ और थ्रू आउट द वर्ल्ड ਜਿਹੜਾ ਟੋਬੈਕੋ ਹੈਗਾ ਆ ਉਹ ਸਮੋਕ ਕੀਤਾ ਜਾਂਦਾ ਹੈਗਾ ਆ। ਹੁਣ ਟੋਬੈਕੋ ਦਾ ਸੋਰਸ ਕੀ ਹੈਗਾ ਆ, ਕਿੱਥੋਂ ਇਹ ਟੋਬੈਕੋ ਜਿਹੜਾ ਹੈਗਾ ਆ obtained ਹੁੰਦਾ ਹੈਗਾ ਆ? ਇਟ ਇਜ਼ obtained from the dried and cured leaves of young branches of two species of tobacco plant. Dried and cured leaves of two species of tobacco plant. Tobacco plant ਦੀਆਂ ਦੋ species ਦੇ dried and cured leaves ਤੋਂ tobacco ਜਿਹੜਾ ਹੈਗਾ ਆ ਉਹ obtain ਕੀਤਾ ਜਾਂਦਾ ਆ। ਉਹ ਦੋ species ਕਿਹੜੀਆਂ ਹੈਗੀਆਂ tobacco ਦੀਆਂ? First one is Nicotiana tobacum, and second one is Nicotiana rustica. ਇਹ ਦੋ ਟੋਬੈਕੋ ਪਲਾਂਟ ਦੀਆਂ ਸਪੀਸੀਜ਼ ਹੈਗੀਆਂ ਆ। ਨਿਕੋਟੀਆਨਾ ਟੋਬੈਕਮ ਬੋਟੈਨੀਕਲ ਨੇਮ ਹੈਗਾ ਆ ਟੋਬੈਕੋ ਦਾ, ਐਂਡ ਸੈਕੰਡ ਹੈਗੀ ਆ ਨਿਕੋਟੀਆਨਾ ਰਸਟਿਕਾ। ਇਹ ਦੋਨੋਂ ਸਪੀਸੀਜ਼ ਜਿਹੜੀਆਂ ਹੈਗੀਆਂ ਇਹਨਾਂ ਦੇ ਡਰਾਈਡ ਐਂਡ ਕਿਉਰਡ ਲੀਵਸ ਆਫ ਯੰਗ ਬ੍ਰਾਂਚਸ ਜਿਹੜੀਆਂ ਦੋਨੋਂ ਸਪੀਸੀਜ਼ ਦੇ ਉਹਦੇ ਤੋਂ ਟੋਬੈਕੋ ਜਿਹੜਾ ਹੈਗਾ ਉਹ obtain ਕੀਤਾ ਜਾਂਦਾ ਹੈਗਾ। ਹੁਣ ਮੋਡ ਆਫ ਇਨਟੇਕ ਕੀ ਹੈ, ਕਿਸ ਤਰੀਕੇ ਦੇ ਨਾਲ ਟੋਬੈਕੋ ਜਿਹੜਾ ਹੈਗਾ ਆ ਉਹ ਲਿਆ ਜਾਂਦਾ ਹੈਗਾ ਆ? ਮੋਡ ਆਫ ਇਨਟੇਕ, ਇਟ ਇਜ਼ ਸਮੋਕਡ ਸਿਗਰਟ ਔਰ ਬੀੜੀਜ਼ ਦੇ ਰੂਪ ਵਿੱਚ, chewed ਚਬਾਇਆ ਵੀ ਜਾਂਦਾ ਹੈਗਾ ਆ, ਔਰ used as a snuff ਦੇ ਤੌਰ ਤੇ। ਸਨਿਫਿੰਗ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨੋਜ਼ ਦੇ ਥਰੂ ਜਿਹੜਾ ਹੈਗਾ ਆ ਸਾਊਂਡ ਕਰਕੇ ਇਹ ਜਿਹੜਾ ਲਿਆ ਜਾਂਦਾ, ਇਨਹੇਲ ਕੀਤਾ ਜਾਂਦਾ ਹੈਗਾ ਆ। ਹੁਣ ਅੱਗੇ ਅਸੀਂ ਡਿਸਕਸ ਕਰਾਂਗੇ ਟੌਕਸਿਕ ਸਬਸਟੈਂਸਸ ਇਨ ਟੋਬੈਕੋ। ਟੋਬੈਕੋ ਦੇ ਵਿੱਚ ਕਿਹੜੇ ਟੌਕਸਿਕ ਸਬਸਟੈਂਸਸ ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਹੁੰਦੇ ਹੈਗੇ ਆ। ਟੌਕਸਿਕ substances in tobacco. Tobacco is a harmful intoxicant. It contains a highly poisonous alkaloid called nicotine. Tobacco ਜਿਹੜਾ ਹੈਗਾ ਉਹਦੇ ਵਿੱਚ highly poisonous alkaloid ਹੁੰਦਾ present known as nicotine. ਇਹ ਜਿਹੜਾ nicotine ਹੈਗਾ ਆ it is so toxic that the amount of nicotine present in one cigarette may prove fatal. ठीक है, सिगरेट ਦੇ ਵਿੱਚ ਇੱਕ ਸਿਗਰਟ ਦੇ ਵਿੱਚ ਜਿਹੜੀ ਨਿਕੋਟੀਨ ਪ੍ਰੈਜ਼ੈਂਟ ਹੁੰਦੀ ਆ ਉਹ ਬਹੁਤ ਜ਼ਿਆਦਾ ਫੈਟਲ ਹੈ, ਹਾਰਮਫੁਲ ਹੈਗੀ ਆ, ਨੁਕਸਾਨ ਪਹੁੰਚਾਉਂਦੀ ਹੈਗੀ ਆ ਜਿਹੜਾ ਪਰਸਨ ਯੂਜ਼ ਕਰ ਰਿਹਾ ਹੈਗਾ ਸਿਗਰਟ ਨੂੰ। ਔਰ ਇਫ ਇੰਜੈਕਟਡ ਇੰਟਰਾਵੀਨਸਲੀ ਇਨਟੂ ਅ ਪਰਸਨ, ਠੀਕ ਹੈ, ਜੇ ਇੰਟਰਾਵੀਨਸਲੀ ਥਰੂ ਇੰਜੈਕਸ਼ਨ ਵੀ ਪਰਸਨ ਇਹਨੂੰ ਇੰਜੈਕਟ ਕਰਦਾ ਆ ਤਾਂ ਵੀ ਇਹ ਬਹੁਤ ਜ਼ਿਆਦਾ फैटल है, हार्मफुल हैगी है। एंड कंटिन्यू यूज ऑफ निकोटीन लीड्स टू एडिक्शन।
ਜੇ ਪਰਸਨ ਲਗਾਤਾਰ ਨਿਕੋਟੀਨ ਦੀ ਵਰਤੋਂ ਕਰਦਾ ਰਹੇ ਤਾਂ ਉਹਨੂੰ ਐਡਿਕਸ਼ਨ ਹੋ ਜਾਂਦੀ ਆ, ਉਹਨੂੰ ਇਸ ਚੀਜ਼ ਦੀ ਲੱਤ ਲੱਗ ਜਾਂਦੀ, ਆਦਤ ਪੈ ਜਾਂਦੀ ਹੈ। ਬਿਸਾਈਡਸ ਨਿਕੋਟੀਨ ਟੋਬੈਕੋ ਸਮੋਕ ਆਲਸੋ ਕੰਟੇਨਸ, ਟੋਬੈਕੋ ਦੇ ਵਿੱਚ ਨਿਕੋਟੀਨ ਤਾਂ ਹੁੰਦੀ ਆ, ਉਸ ਤੋਂ ਇਲਾਵਾ ਜਿਹੜਾ ਟੋਬੈਕੋ ਸਮੋਕ ਹੈਗਾ ਆ, ਤੰਬਾਕੂ ਦਾ ਜਿਹੜਾ ਧੂਆਂ ਹੈਗਾ ਆ, ਉਹਦੇ ਵਿੱਚ ਕੀ ਕੀ ਚੀਜ਼ਾਂ ਹੋਰ ਪ੍ਰੈਜ਼ੈਂਟ ਹੁੰਦੀਆਂ ਆ? ਕਾਰਬਨ ਮੋਨੋਆਕਸਾਈਡ ਪ੍ਰੈਜ਼ੈਂਟ ਹੁੰਦੀ ਹੈ, N ਐਂਡ ਸੈਕਿੰਡ ਪ੍ਰੈਜ਼ੈਂਟ ਹੁੰਦਾ ਆ N ਨਾਈਟ੍ਰੋ ਸੋ ਡਾਈ ਮਿਥਾਈਲ, ਐਂਡ ਥਰਡ ਟੋਬੈਕੋ ਸਮੋਕ ਵਿੱਚ ਪ੍ਰੈਜ਼ੈਂਟ ਹੁੰਦਾ ਆ ਬੈਂਜ਼ਪਾਇਰੀਨ, ਐਂਡ ਫੋਰਥ ਹੁੰਦਾ ਟਾਰ। ਠੀਕ ਹੈ, ਟੋਬੈਕੋ ਦੇ ਵਿੱਚ ਨਿਕੋਟੀਨ ਦਾ ਪ੍ਰੈਜ਼ੈਂਟ ਹੀ ਹੈ ਜਿਹੜਾ ਬਹੁਤ ਟੌਕਸਿਕ ਸਬਸਟੈਂਸ ਹੈਗਾ। ਉਸ ਤੋਂ ਇਲਾਵਾ ਜਿਹੜਾ ਟੋਬੈਕੋ ਸਮੋਕ ਹੁੰਦਾ ਆ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ, N ਨਾਈਟ੍ਰੋਸੋ ਡਾਈਮਿਥਾਈਲ, ਬੈਂਜ਼ਪਾਇਰੀਨ ਔਰ ਟਾਰ ਜਿਹੜੇ ਹੈਗੇ ਆ, ਇਹ ਚੀਜ਼ਾਂ ਵੀ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ। ਠੀਕ ਹੈ, ਇਹ ਤਾਂ ਸੀਗਾ ਟੌਕਸਿਕ ਸਬਸਟੈਂਸਿਸ ਕਿਹੜੇ ਕਿਹੜੇ ਪ੍ਰੈਜ਼ੈਂਟ ਹੈਗੇ ਆ। ਉਸ ਤੋਂ ਬਾਅਦ ਨੈਕਸਟ ਹੈਗਾ ਆ ਮੋਡ ਆਫ ਐਕਸ਼ਨ। ਟੋਬੈਕੋ ਜਿਹੜਾ ਹੈਗਾ ਆ ਬੋਡੀ ਵਿੱਚ ਜਾ ਕੇ ਕਿਵੇਂ ਐਕਸ਼ਨ ਕਰਦਾ ਹੈਗਾ ਆ? ਟੋਬੈਕੋ ਹੈਜ਼ ਨਿਕੋਟੀਨ ਵਿਚ ਸਟਿਮੂਲੇਟਸ ਦਾ ਐਡਰੀਨਲ ਗਲੈਂਡ। ਜਿਹੜਾ ਟੋਬੈਕੋ ਦੇ ਵਿੱਚ ਨਿਕੋਟੀਨ ਪ੍ਰੈਜ਼ੈਂਟ ਹੁੰਦੀ ਹੈ, ਠੀਕ ਹੈ, ਉਹ ਐਡਰੀਨਲ ਗਲੈਂਡ ਨੂੰ ਸਟਿਮੂਲੇਟ ਕਰਦੀ ਹੈਗੀ ਹੈ। ਫਿਰ ਐਡਰੀਨਲ ਗਲੈਂਡ ਜਿਹੜਾ ਹੈਗਾ ਆ ਉਹ ਐਡਰੀਨਲਿਨ and not adrenaline रिलीज करता हैगा या। और ये जेडे एड्रीनलिन और नॉन एड्रीनलिन हैगी आ, ये की करते हैगी आ? ब्लड प्रेशर और हार्ट रेट नू, ब्लड प्रेशर एंड हार्ट रेट नू इंक्रीज कर देंगे। ठीक है, इंक्रीज। ठीक है स्टूडेंट्स, मोड ऑफ एक्शन की है? तंबाकू दे विच टॉक्सिक सब्सटेंस निकोटीन प्रेजेंट हुंदा या। ਉਹ ਨਿਕੋਟੀਨ ਜਿਹੜਾ ਹੈਗਾ ਉਹ ਐਡਰੀਨਲ ਗਲੈਂਡ ਨੂੰ ਸਟਿਮੂਲੇਟ ਕਰਦਾ ਆ। ਫਿਰ ਐਡਰੀਨਲ ਗਲੈਂਡ ਐਡਰੀਨਲਿਨ ਔਰ ਨॉन ਐਡਰੀਨਲਿਨ ਰਿਲੀਜ਼ ਕਰਦਾ ਆ, ਔਰ ਐਡਰੀਨਲਿਨ ਔਰ ਨॉन ਐਡਰੀਨਲਿਨ ਜਿਹੜੇ ਆ ਉਹ ਬਲੱਡ ਪ੍ਰੈਸ਼ਰ ਔਰ ਹਾਰਟ ਰੇਟ ਨੂੰ ਇਨਕਰੀਜ਼ ਕਰ ਦਿੰਦੇ ਆ। ठीक है, ये तो सीगा कि मोड ऑफ एक्शन की किस तरह हैगा या। उस तो बाद हैगा या इफेक्ट ऑफ निकोटीन ऑन हेल्थ। जेड़ा निकोटीन प्रेजेंट हैगा टॉक्सिक सबस्टेंस टोबैको दे विच, वो किस तरह साडी हेल्थ नू अफेक्ट करदा हैगा या। इफेक्ट्स ऑफ निकोटीन ऑन हेल्थ। फर्स्ट वन हैगा या, it increases the chances of lung cancer, थ्रोट कैंसर, गले का कैंसर हो गया, माउथ कैंसर, माउथ लिप कैंसर एंड यूरिनरी ब्लैडर कैंसर। ठीक है, निकोटीन जेड़ा हैगा इट इंक्रीजेस द चांसेस ऑफ लंग कैंसर, थ्रोट कैंसर, माउथ कैंसर, लिप कैंसर एंड यूरिनरी ब्लैडर कैंसर। सेकंड, इट इंक्रीजेस द चांसेस ऑफ गैस्ट्रिक अल्सर। निकोटीन जेड़ा हैगा यो गैस्ट्रिक अल्सर दे चांसेस नु वधा दिंदा हैगा या। गैस्ट्रिक अल्सर की हुंदा या? गैस्ट्रिक स्टमक, और अल्सर मींस जख्म कर दिंदा हैगा। ठीक है, गैस्ट्रिक अल्सर मींस स्टमक अल्सर, क्योंकि जेड़ा निकोटीन हैगा या वो की करदा हैगा, जेड़े गैस्ट्रिक जूसेस हैगे आ स्टमक दे विच, जेड़े जूसेस हैगे आ उन्हां नू इंक्रीज, उन्हां दी सिक्रीशन नू इंक्रीज कर दिंदा हैगा या, जिस करके गैस्ट्रिक अल्सर हो जांदा हैगा या। एंड थर्ड, इट इंक्रीजेस द चांसेस ऑफ ब्रोंकाइटिस। इट इंक्रीजेस द चांसेस ऑफ ब्रोंकाइटिस।
क्योंकि जेड़ा टोबैको स्मोक हैगा इट कॉजेस इरिटेशन एंड इन्फ्लामेशन ऑफ ब्रोंकाई, ठीक है। जेड़े ब्रोंकाई हैगी उन्हां दे विच टोबैको स्मोक जेड़ा इरिटेशन पैदा करता है, इन्फ्लामेशन सोजिश पैदा कर दिंदा है, एंड दैट इज नोन एज ब्रोंकाइटिस। एंड फोर्थ वन इज इट इंक्रीजेस द चांसेस ऑफ कोरोनरी हार्ट डिजीज। कोरोनरी हार्ट डिजीज दे चांसेस ਨੂੰ इंक्रीज कर दिंदा है। कोरोनरी हार्ट डिजीज की हैगी है डैमेज इन हार्ट मेजर ब्लड वैसल्स, ਜਿਹੜੀਆਂ ਹਾਰਟ ਦੀਆਂ ਮੇਜਰ ਬਲੱਡ ਵੈਸਲਸ ਹੈਗੀਆਂ ਉਹਨਾਂ ਦੇ ਵਿੱਚ ਡੈਮੇਜ ਕਰ ਦਿੰਦਾ, ਉਹਨਾਂ ਨੂੰ ਨੁਕਸਾਨ ਪਹੁੰਚਾ ਦਿੰਦਾ, ਐਂਡ ਦਿਸ ਇਜ਼ ਨੋਨ ਐਸ ਕੋਰੋਨਰੀ ਹਾਰਟ ਡਿਜ਼ੀਜ਼। ਕੌਣ ਇਹ ਨੁਕਸਾਨ ਪਹੁੰਚਾਉਂਦਾ ਆ? ਨਿਕੋਟੀਨ, ਜਿਹੜਾ ਤੰਬਾਕੂ ਵਿੱਚ ਟੌਕਸਿਕ ਸਬਸਟੈਂਸ ਪ੍ਰੈਜ਼ੈਂਟ ਹੈਗਾ ਆ। ਐਂਡ ਫਿਫਥ ਵਨ ਸਮੋਕਿੰਗ ਲੀਡਸ ਟੂ ਦ ਇਨਕਰੀਜ਼ ਆਫ ਕਾਰਬਨ ਮੋਨੋਆਕਸਾਈਡ। इंक्रीज ऑफ कार्बन मोनोऑक्साइड, ਜਦੋਂ ਟੋਬੈਕੋ ਸਮੋਕਿੰਗ ਕਰਦੇ ਹੈਗੇ ਆ ਤਾਂ ਉਹਦੇ ਨਾਲ ਕੀ ਹੈਗਾ ਆ, ਕਾਰਬਨ ਮੋਨੋਆਕਸਾਈਡ ਜਿਹੜੀ ਕੰਟੈਂਟ ਹੈਗਾ ਆ ਉਹ ਬਲੱਡ ਦੇ ਵਿੱਚ ਵੱਧ ਜਾਂਦਾ ਆ, ਔਰ ਜਦੋਂ ਕਾਰਬਨ ਮੋਨੋਆਕਸਾਈਡ ਵੱਧਦਾ ਹੈਗਾ ਆ ਤੇ ਇਟ ਰਿਡਿਊਸਿਸ ਦਾ ਕਨਸੈਂਟ੍ਰੇਸ਼ਨ ਆਫ ਹੀਮ ਬਾਉਂਡ ਆਕਸੀਜਨ, ਠੀਕ ਹੈ। ਜਦੋਂ ਬਲੱਡ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਕਨਸੈਂਟ੍ਰੇਸ਼ਨ ਵੱਧ ਜਾਂਦੀ ਹੈ ਟੋਬੈਕੋ ਸਮੋਕਿੰਗ ਦੇ ਨਾਲ, ਤਾਂ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਹੀਮੋਗਲੋਬਿਨ ਨਾਲ ਆਕਸੀਜਨ ਬਾਈਂਡ ਹੁੰਦੀ ਹੈਗੀ ਆ ਉਹਦੀ ਬਾਈਂਡਿੰਗ ਕੈਪੈਸਿਟੀ ਨੂੰ ਘਟਾ ਦਿੰਦਾ ਹੈਗਾ ਆ, ਜਿਸ ਕਰਕੇ ਬਲੱਡ ਦੇ ਵਿੱਚ ਆਕਸੀਜਨ ਕੈਰਿੰਗ ਕੈਪੈਸਿਟੀ ਜਿਹੜੀ ਹੈਗੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ, ਐਂਡ ਇਟ ਲੀਡਸ ਟੂ ਹਾਈਪੋਕਸੀਆ ਇਨ ਬੋਡੀ ਟਿਸ਼ੂਜ਼, ਠੀਕ ਹੈ ਸਟੂਡੈਂਟਸ। ਜਦੋਂ ਟੋਬੈਕੋ ਸਮੋਕਿੰਗ ਕਰਦਾ ਹੈ ਪਰਸਨ ਤਾਂ ਬਲੱਡ ਦੇ ਵਿੱਚ ਕਾਰਬਨ ਮੋਨੋਆਕਸਾਈਡ ਦੀ ਕਨਸੈਂਟ੍ਰੇਸ਼ਨ ਵੱਧ ਜਾਂਦੀ ਹੈ ਤੇ ਆਕਸੀਜਨ ਦੀ ਜਿਹੜੀ ਕਨਸੈਂਟ੍ਰੇਸ਼ਨ ਉਹ ਡਿਕਰੀਜ਼ ਹੋ ਜਾਂਦੀ ਹੈਗੀ ਆ, or this leads to hypoxia in the body tissues. And sixth effect ki a high concentration of tobacco paralyzes the neurons, ਜਿਹੜੇ neurons ਹੈਗੇ ਆ nerve cells ਹੈਗੇ ਆ, ਠੀਕ ਹੈ। high concentration of tobacco ਜਿਹੜਾ ਹੈਗਾ it paralyzes the neurons. And seventh one, it increases heartbeat, ब्लड प्रेशर एंड कार्डियक आउटपुट, ठीक है। एक ही करता है निकोटीन, इट इंक्रीजेस हार्टबीट, ब्लड प्रेशर एंड कार्डियक आउटपुट, इन्हों इंक्रीज कर दिंदा है। And eighth point हैगा it increases the constriction of blood vessels, constriction of blood vessels, ਜਿਹੜੀਆਂ blood vessels ਹੈਗੀਆਂ ਆ ਉਹਨਾਂ ਦੇ ਵਿੱਚ constriction ਉਹਨਾਂ ਨੂੰ ਨੈਰੋ ਕਰ ਦਿੰਦਾ ਹੈਗਾ ਆ, ਠੀਕ ਹੈ, ਜਿਸ ਕਰਕੇ blood ਜਿਹੜਾ ਹੈ ਉਹ ਪ੍ਰੋਪਰ ਉਹਨਾਂ ਵਿੱਚ flow ਨਹੀਂ ਹੁੰਦਾ ਹੈਗਾ ਆ। And next point is it aggravate pulmonary tuberculosis, aggravate, nicotine aggravate means increase कर दिंदा या pulmonary tuberculosis, pulmonary tuberculosis means TB, disease of lungs है, ठीक है। pulmonary tuberculosis ਨੂੰ nicotine ਜਿਹੜਾ ਹੈਗਾ aggravate ਕਰ ਦਿੰਦਾ ਹੈਗਾ ਹੈ। pulmonary tuberculosis is TB, disease of lungs. Next point, nicotine of tobacco smoke retards the fetal growth, retards fetal growth in mother's womb। pregnant है ਮਦਰ ਦਾ ਉਹਦਾ ਜਿਹੜਾ ਬੱਚਾ ਹੈਗਾ ਆ, ਠੀਕ ਹੈ, ਮਦਰ ਦੇ ਵੋਮ ਵਿੱਚ ਹੈਗਾ ਆ, ਉਸ ਫੀਟਸ ਦੀ ਗਰੋਥ ਨੂੰ ਜੇ ਮਦਰ ਟੋਬੈਕੋ ਸਮੋਕ ਕਰ ਰਹੀ ਹੈਗੀ ਆ ਤਾਂ ਨਿਕੋਟੀਨ ਜਿਹੜਾ ਕੀ ਕਰਦਾ ਹੈਗਾ ਆ ਉਸ ਬੱਚੇ ਦੀ ग्रोथ ਨੂੰ ਰਿਟਾਰਡ ਕਰ ਦਿੰਦਾ ਹੈ, ਸਟਾਪ ਕਰ ਦਿੰਦਾ, ਰੋਕ ਦਿੰਦਾ ਹੈਗਾ ਹੈ। ਨੈਕਸਟ ਪੁਆਇੰਟ, ਇਟ ਇਨਕਰੀਜ਼ਸ ਦਾ ਚਾਂਸਸ ਆਫ ਐਮਫੀਸੀਮਾ, ਇਟ ਇਨਕਰੀਜ਼ਸ ਦਾ ਚਾਂਸਸ ਆਫ ਐਮਫੀਸੀਮਾ। ਐਮਫੀਸੀਮਾ ਕੀ ਹੈਗਾ ਆ? ਇਨਫਲੇਮੇਸ਼ਨ ਆਫ ਦਾ ਲੰਗ ਐਲਵੀਓਲਾਈ which decreases surface area for gaseous exchange,
ਟੋਬੈਕੋ ਸਮੋਕ ਦੇ ਨਾਲ ਕੀ ਹੁੰਦਾ ਹੈ, ਜਿਹੜੇ ਲੰਗਸ ਦੇ ਵਿੱਚ 에ਅਰ ਸੈਕਸ ਹੈਗੀ ਆ, ਬੈਲੂਨ ਸ਼ੇਪਡ ਐਲਵੀਓਲਾਈ ਹੈ, ਠੀਕ ਹੈ, ਉਹਨਾਂ ਵਿੱਚ ਇਨਫਲਾਮੇਸ਼ਨ ਹੋ ਜਾਂਦੀ ਹੈ ਤੇ ਜਿਸ ਕਰਕੇ ਉਹਨਾਂ ਦਾ ਸਰਫੇਸ ਏਰੀਆ ਜਿਹੜਾ ਆ ਉਹ ਡਿਕਰੀਜ਼ ਹੋ ਜਾਂਦਾ ਹੈ ਫॉर ਦਾ ਗੈਸੀਅਸ ਐਕਸਚੇਂਜ। ਐਂਡ ਨੈਕਸਟ ਪੁਆਇੰਟ ਇਜ਼ ਸਮੋਕਿੰਗ ਸ਼ਾਰਟਨਸ ਲਾਈਫ ਸਪੈਨ। shortens lifespan, ਲਾਈਫ ਸਪੈਨ ਨੂੰ ਸ਼ਾਰਟ ਕਰ ਦਿੰਦੀ ਹੈ, ਠੀਕ ਹੈ, ਜੀਵਨ ਕਾਲ ਘਟਾ ਦਿੰਦੀ ਹੈ ਬੰਦੇ ਦਾ। ਔਰ ਅਗਲਾ ਹੈਗਾ ਆ ਪੁਆਇੰਟ, ਇਟ ਅਫੈਕਟ ਇਕਨੋਮੀ। ਇਕਨੋਮੀ ਮਤਲਬ ਆਰਥਿਕ ਪੱਖੋਂ ਵੀ ਜਿਹੜਾ ਪਰਸਨ ਹੈਗਾ ਆ ਉਹਨੂੰ ਇਹ ਨੁਕਸਾਨ ਪਹੁੰਚਾਉਂਦੀ ਹੈਗੀ ਹੈ, ਠੀਕ ਹੈ, ਪਰ ਇਹ ਹੈਲਥ ਵਾਲੇ ਵਿੱਚ ਪੁਆਇੰਟ ਨਹੀਂ ਆਏਗਾ, ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ। ਨਿਕੋਟੀਨ ਦੇ ਇਫੈਕਟ ਔਨ ਹੈਲਥ ਵਿੱਚ 12 ਪੁਆਇੰਟਸ ਆ ਜਾਂਦੇ ਹੈਗੇ ਆ, ਪਰ ਜੇ ਇਸ ਤਰ੍ਹਾਂ ਦੀਆਂ ਪਰਸਨ ਨੂੰ ਆਦਤਾਂ ਹੈਗੀਆਂ ਸਿਗਰਟ ਸਮੋਕਿੰਗ ਇਹ ਉਹ ਚਿਊ ਕਰ ਰਿਹਾ ਹੈਗਾ ਆ ਟੋਬੈਕੋ ਵਗੈਰਾ, ਤਾਂ ਉਹ ਖਰੀਦਣ ਦੇ ਲਈ ਉਹ ਆਪਣੀ ਐਕਸਟਰਾ ਮਨੀ ਇਸ ਪਾਸੇ ਲਗਾ ਰਿਹਾ ਹੈ, ਤਾਂ ਉਹਨੂੰ ਇਕਨੋਮਿਕ ਪੱਖੋਂ ਵੀ ਉਸ ਪਰਸਨ ਨੂੰ ਲਾਸ ਹੁੰਦਾ ਹੈਗਾ ਆ। ਔਰ ਸਟੂਡੈਂਟਸ ਇਹ ਤਾਂ ਸਾਰਾ ਕੁਝ ਸੀਗਾ ਇਫੈਕਟਸ ਆਫ ਨਿਕੋਟੀਨ ਔਨ ਹੈਲਥ। Now, May 31 is observed as No Tobacco Day all over the world. All over the world, ਸਾਰੀ ਦੁਨੀਆ ਦੇ ਵਿੱਚ May 31 ਜਿਹੜਾ May 31 it is observed as No Tobacco Day. No Tobacco Day ਦੇ ਤੌਰ ਤੇ May 31 ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈਗਾ ਆ, ठीक है। और टोबैको ਜਿਹੜਾ इट kills about 1 million people every year, ਹਰ ਸਾਲ 1 ਮਿਲੀਅਨ ਪੀਪਲ ਜਿਹੜੇ ਹੈਗੇ ਆ ਉਹ ਉਹਨਾਂ ਦੀ ਡੈਥ ਹੁੰਦੀ ਹੈ ਡਿਊ ਟੂ ਟੋਬੈਕੋ। ਐਂਡ ਟੋਬੈਕੋ ਕੰਜ਼ੰਪਸ਼ਨ ਲੀਡਸ ਟੂ ਹਾਈਐਸਟ ਇਨਸੀਡੈਂਸ ਆਫ ਮਾਊਥ ਥਰੋਟ ਕੈਂਸਰ ਇਨ ਦਾ ਵਰਲਡ। ਜਿਹੜਾ ਮੂੰਹ ਦਾ ਕੈਂਸਰ ਹੈਗਾ ਆ ਜ਼ਿਆਦਾਤਰ ਜਿਹੜਾ ਥਰੂ ਆਊਟ ਦਾ ਵਰਲਡ ਹੈਗਾ ਆ ਉਹ ਕਿਹਦੇ ਕਰਕੇ ਹੁੰਦਾ ਹੈਗਾ ਹੈ, ਟੋਬੈਕੋ ਕੰਜ਼ੰਪਸ਼ਨ ਕਰਕੇ। Now students, we will discuss steps recently taken to discourage people from tobacco consumption. Steps recently taken to discourage people from tobacco consumption. ਕਿਹੜੇ ਸਟੈਪਸ ਰੀਸੈਂਟਲੀ ਲਏ ਗਏ ਹੈਗੇ ਹੈ ਤਾਂ ਕਿ ਲੋਕਾਂ ਨੂੰ ਡਿਸਕਰੇਜ ਕੀਤਾ ਜਾਵੇ ਕਿ ਉਹ ਟੋਬੈਕੋ ਜਿਹੜਾ ਹੈਗਾ ਹੈ ਉਹਦੀ ਵਰਤੋਂ ਨਾ ਕਰਨ। ਉਹ ਕੁਝ ਪੁਆਇੰਟਸ ਹੈਗੇ ਆ। ਟੋਬੈਕੋ ਸਮੋਕਿੰਗ ਹੈਜ਼ ਬੀਨ ਪ੍ਰੋਹਿਬਿਟਡ ਇਨ ਹਸਪੀਟਲਸ। ਪ੍ਰੋਹਿਬਿਟਡ ਟੋਬੈਕੋ ਸਮੋਕਿੰਗ, it has been prohibited in hospitals, clinics, nursing homes, educational institutions, schools, colleges, and public transport. Public transport, taxis, buses वगैरह ਉਹਨਾਂ ਦੇ ਵਿੱਚ ਟੋਬੈਕੋ ਸਮੋਕਿੰਗ ਜਿਹੜੀ ਹੈਗੀ ਆ ਉਹਦੇ ਤੇ ਬੈਨ ਲਗਾਇਆ ਗਿਆ ਹੈਗਾ ਆ ਕਿ ਪਰਸਨ ਜਿਹੜਾ ਹੈਗਾ ਉਹ ਹਸਪੀਟਲਸ, ਕਲੀਨਿਕ, ਨਰਸਿੰਗ ਹੋਮਸ, ਸਕੂਲ, ਕਾਲਜਸ ਐਂਡ ਇਨ ਪਬਲਿਕ ਟਰਾਂਸਪੋਰਟ, ਟੈਕਸੀ, ਬੱਸਿਸ, ਰੇਲ ਵਗੈਰਾ ਦੇ ਵਿੱਚ ਜਿਹੜਾ ਹੈਗਾ ਆ ਉਹ ਟੋਬੈਕੋ ਸਮੋਕਿੰਗ ਨਹੀਂ ਕਰ ਸਕਦਾ ਹੈ। ਐਂਡ ਸੈਕੰਡ ਪੁਆਇੰਟ ਹੈਗਾ ਸਮੋਕਿੰਗ ਹੈਜ਼ ਬੀਨ ਪ੍ਰੋਹਿਬਿਟਡ ਇਨ ਪਬਲਿਕ ਪਲੇਸਿਸ। Prohibited in public places. Public places means ਜਨਤਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟਾਪ, ਇਹਨਾਂ ਥਾਵਾਂ ਤੇ ਵੀ ਸਿਗਰਟ ਸਮੋਕਿੰਗ, ਟੋਬੈਕੋ ਸਮੋਕਿੰਗ ਜਿਹੜਾ ਆ ਉਹ ਪ੍ਰੋਹਿਬਿਟਡ ਹੈਗੀ ਹੈ, ਠੀਕ ਹੈ। ਔਰ ਥਰਡ ਵਨ, it has been made mandatory to print a warning chewing of tobacco is injurious to health on chewing tobacco products. Print a warning on tobacco chewing products.
ਜਿਹੜੇ ਟੋਬੈਕੋ ਚੂਇੰਗ ਪ੍ਰੋਡਕਟਸ ਹੈਗੇ ਆ ਉਹਨਾਂ ਤੇ ਇਹ ਮੈਂਡੇਟਰੀ ਕਰ ਦਿੱਤਾ ਗਿਆ ਆ, ਜ਼ਰੂਰੀ ਕਰ ਦਿੱਤਾ ਗਿਆ ਆ ਕਿ ਉਹਨਾਂ ਪ੍ਰੋਡਕਟਸ ਦੇ ਉੱਤੇ ਇਹ ਵਾਰਨਿੰਗ ਸਾਈਨ ਪ੍ਰਿੰਟ ਹੋਵੇ ਕਿ ਜਿਹੜਾ ਟੋਬੈਕੋ ਹੈਗਾ ਆ, ਚੂਇੰਗ ਆਫ ਟੋਬੈਕੋ ਨੂੰ ਜਿਹੜਾ ਚਬਾਉਣਾ ਹੈਗਾ ਆ, ਇਹ ਸਿਹਤ ਦੇ ਲਈ ਇੰਜੂਰੀਅਸ ਹੈ, ਬਹੁਤ ਹਾਨੀਕਾਰਕ ਹੈ। ਐਂਡ fourth is direct advertisements relating to tobacco. Direct advertisement relating to tobacco and tobacco related products are prohibited on Doordarshan and All India Radio. दूरदर्शन एंड ऑल इंडिया रेडियो ते ਜਿਹੜੀਆਂ ਡਾਇਰੈਕਟ ਐਡਵਰਟਾਈਜ਼ਮੈਂਟਸ ਹੈਗੀਆਂ ਆ ਟੋਬੈਕੋ ਔਰ ਟੋਬੈਕੋ ਰਿਲੇਟਡ ਪ੍ਰੋਡਕਟਸ ਦੀਆਂ, ਉਹ ਪ੍ਰੋਹਿਬਿਟਡ ਹੈ। ਮਤਲਬ ਇਹਨਾਂ ਤੇ ਇਹ ਐਡਵਰਟਾਈਜ਼ਮੈਂਟਸ ਜਿਹੜੀਆਂ ਦੂਰਦਰਸ਼ਨ ਔਰ ਆਲ ਇੰਡੀਆ ਰੇਡੀਓ ਤੇ ਐਡਵਰਟਾਈਜ਼ਮੈਂਟਸ ਟੋਬੈਕੋ ਐਂਡ ਟੋਬੈਕੋ ਰਿਲੇਟਡ ਪ੍ਰੋਡਕਟਸ ਦੀਆਂ ਨਹੀਂ ਦਿਖਾਈ ਜਾ ਸਕਦੀਆਂ, ਇਸ ਚੀਜ਼ ਤੇ ਬੈਨ ਹੈਗਾ ਆ। ਐਂਡ ਫਿਫਥ ਵਨ ਇਜ਼ ਐਂਟੀ ਟੋਬੈਕੋ ਐਕਟ। एंटी टोबैको एक्ट passed on May 1 2004 May 1 2004 ਦੇ ਵਿੱਚ ਐਂਟੀ ਟੋਬੈਕੋ ਐਕਟ ਜਿਹੜਾ ਆ ਉਹ ਪਾਸ ਕੀਤਾ ਗਿਆ। ਔਰ ਇਹ ਜਿਹੜਾ ਐਂਟੀ ਟੋਬੈਕੋ ਐਕਟ ਹੈਗਾ ਆ ਇਹ ਕੀ ਕਹਿੰਦਾ ਹੈਗਾ ਆ, ਐਂਟੀ ਟੋਬੈਕੋ ਐਕਟ ਸਟੇਟਸ that ban on sale of tobacco products within 100 meter of educational institutions from December 1 2004 December 1 2004 ਤੋਂ ਇਹ ਜਿਹੜੇ ਟੋਬੈਕੋ ਪ੍ਰੋਡਕਟਸ ਹੈਗੇ ਇਹਨਾਂ ਤੇ ਬੈਨ ਹੈਗਾ ਆ ਕਿ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੇ ਆ, ਸਕੂਲ ਕਾਲਜਸ ਹੈਗੇ, ਉਹਨਾਂ ਦੇ 100 ਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਟੋਬੈਕੋ ਪ੍ਰੋਡਕਟਸ ਹੈਗੇ ਉਹਨਾਂ ਦੀ ਸੇਲ ਜਿਹੜੀ ਆ ਉਹ ਬਿਲਕੁਲ ਬੈਨ ਹੈ। ਔਰ ਸਟੂਡੈਂਟਸ ਤੁਸੀਂ ਆਪਣੇ ਸਕੂਲਸ ਦੇ ਵਿੱਚ ਵੀ ਆਮ ਤੌਰ ਤੇ ਇਹ ਵਾਲਾ ਜਿਹੜਾ ਹੈਗਾ ਆ ਇਹ ਲਿਖਿਆ ਹੋਇਆ ਤੁਸੀਂ ਦੇਖਿਆ ਹੋਏਗਾ ਵਾਲਸ ਤੇ ਕਿ ਇਹਦੇ 100 ਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਟੋਬੈਕੋ ਹੈਗਾ ਆ ਉਹ ਬੈਨ ਹੈਗਾ ਆ ਬਿਲਕੁਲ। ਔਰ ਸੈਕਿੰਡ ਜਿਹੜਾ ਹੈਗਾ ਆ ਇਹ ਲਾਅ ਹੋਇਆ ਸੀਗਾ, ਐਂਟੀ ਟੋਬੈਕੋ ਐਕਟ ਪਾਸ ਹੋਇਆ ਸੀਗਾ May 1 2004 ਵਿੱਚ। ਇਹ ਦੂਸਰਾ ਕੀ ਸਟੇਟ ਕਰਦਾ ਹੈ ਕਿ ਮੈਂਡੇਟਰੀ ਡਿਪਿਕਸ਼ਨ ਆਫ ਸਟੈਟੂਟਰੀ warning including pictorial symbols on packet of tobacco products। ਜਿਹੜੇ ਟੋਬੈਕੋ ਪ੍ਰੋਡਕਟਸ ਦੇ ਪੈਕੇਟਸ ਹੈਗੇ ਆ ਉਹਨਾਂ ਤੇ ਪਿਕਟੋਰੀਅਲ ਸਿੰਬਲਸ, ਠੀਕ ਹੈ, ਪਿਕਚਰਸ ਦੇ ਨਾਲ ਉਹ ਸਿੰਬਲਸ ਜਿਹੜੇ ਹੈਗੇ ਆ ਉਹ ਹੋਣ ਕਿ ਜਿਹੜੇ ਵਾਰਨਿੰਗ ਵੀ ਦੇ ਰਹੇ ਹੈਗੇ ਆ, ਇਸ ਤਰ੍ਹਾਂ ਦੇ ਸਿੰਬਲਸ ਉਹਨਾਂ ਪੈਕੇਟਸ ਤੇ ਬਣਾਏ ਜਾਣ ਜਿਹੜੇ ਲੋਕਾਂ ਨੂੰ ਇਹ ਵਾਰਨਿੰਗ ਦੇਣ ਕਿ ਜੇ ਉਹ ਟੋਬੈਕੋ ਕੰਜ਼ਿਊਮ ਕਰਨਗੇ ਤਾਂ ਉਹਨਾਂ ਨੂੰ ਕੀ ਇਹਦੇ ਨਾਲ ਉਹਨਾਂ ਦੀ ਹੈਲਥ ਤੇ ਇਫੈਕਟ ਪਏਗਾ, ਜਿਵੇਂ ਆਮ ਤੌਰ ਤੇ ਕੈਂਸਰ, ਮੂੰਹ ਦਾ ਕੈਂਸਰ, ਥਰੋਟ ਕੈਂਸਰ, ਇਸ ਤਰ੍ਹਾਂ ਦੇ ਸਿੰਬਲਸ ਥਰੂ ਪਿਕਚਰਸ ਉਹਨਾਂ ਪੈਕੇਟਸ ਆਫ ਟੋਬੈਕੋ ਪ੍ਰੋਡਕਟਸ ਤੇ ਇਹ ਸ਼ੋ ਹੁੰਦੇ ਹੈਗੇ। ਠੀਕ ਹੈ ਸਟੂਡੈਂਟਸ, ਇਹ ਸੀਗਾ ਸਾਰਾ ਕੁਝ ਤੁਹਾਡਾ ਸਟੈਪਸ ਟੇਕਨ ਟੂ ਡਿਸਕਰੇਜ ਦਾ ਪੀਪਲ ਫਰੋਮ ਟੋਬੈਕੋ ਕੰਜ਼ੰਪਸ਼ਨ। ਉਸ ਤੋਂ ਬਾਅਦ ਟੋਬੈਕੋ ਅਬਿਊਜ਼ ਕੀ ਹੁੰਦਾ, ਵਟ ਇਜ਼ ਟੋਬੈਕੋ ਅਬਿਊਜ਼? The physical and mental dependency on smoking is called addiction. The physical and mental dependency on smoking is called addiction। ਜਦੋਂ ਪਰਸਨ ਫਿਜ਼ੀਕਲੀ ਔਰ ਮੈਂਟਲੀ ਸਮੋਕਿੰਗ ਤੇ ਡਿਪੈਂਡ ਹੋ ਗਿਆ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਅਡਿਕਟ ਹੋ ਗਿਆ, ਇਹਨੂੰ ਐਡਿਕਸ਼ਨ ਲੱਗ ਗਈ, ਇਹਨੂੰ ਲੱਤ ਲੱਗ ਗਈ। the person who has become dependent on it is called addict। ਜਿਹੜੇ ਪਰਸਨ ਨੂੰ ਇਸ ਸਮੋਕਿੰਗ ਦੀ ਐਡਿਕਸ਼ਨ ਲੱਗ ਗਈ ਅਸੀਂ ਕਹਿੰਦੇ ਹਾਂ ਕਿ ਉਹ ਪਰਸਨ ਕੀ ਹੈਗਾ ਆ, ਉਹ ਅਡਿਕਟ ਹੈਗਾ ਹੈ। Regular use of tobacco causes a number of ill effects on various organs of the body। ठीक है, रेगुलर
ਬੰਦਾ ਟੋਬੈਕੋ ਪ੍ਰੋਡਕਟਸ ਯੂਜ਼ ਕਰ ਰਿਹਾ ਹੈ ਤਾਂ ਉਹਦੇ ਬੋਡੀ ਤੇ ਬਹੁਤ ਇਲ ਇਫੈਕਟਸ ਬੁਰੇ ਪ੍ਰਭਾਵ ਪੈਂਦੇ ਆ ਜਿਹਦੇ ਬਾਰੇ ਅਸੀਂ ਡਿਸਕਸ ਕਰ ਚੁੱਕੇ ਹਾਂ। ਸੋ ਸਟੂਡੈਂਟ ਦਿਸ ਇਜ਼ ਆਲ ਅਬਾਊਟ ਟੋਬੈਕੋ। ਹੁਣ ਅਸੀਂ ਆਪਣਾ ਨੈਕਸਟ ਟੌਪਿਕ ਲੈਂਦੇ ਹੈਗੇ ਆ, ਦੈਟ ਇਜ਼ ਅਲਕੋਹਲ। अल्कोहल शराब। अल्कोहल की है, इट इज अ सिंपल ऑर्गेनिक कंपाउंड विच नीड्स नो डाइजेशन। अल्कोहल की है, इट इज अ सिंपल ऑर्गेनिक कंपाउंड विच नीड्स नो डाइजेशन। डाइजेशन की लोड़ नहीं हैगी है। इट इज रैपिडली एब्जॉर्ब फ्रॉम द स्टमक एंड अपर पार्ट ऑफ द इंटेस्टाइन इनटू द ब्लड। ਸਟਮਕ ਔਰ ਇੰਟੈਸਟਾਈਨ ਦੇ ਅਪਰ ਪਾਰਟ ਤੋਂ ਇਹ ਡਾਇਰੈਕਟਲੀ ਬਲੱਡ ਦੇ ਵਿੱਚ ਐਬਜ਼ੌਰਬ ਹੋ ਜਾਂਦਾ ਆ ਔਰ ਬਲੱਡ ਤੋਂ ਇਮੀਡੀਏਟਲੀ ਟਰਾਂਸਪੋਰਟ ਹੋ ਜਾਂਦਾ ਆ ਬੋਡੀ ਸੈਲਸ ਦੇ ਵਿੱਚ। ਔਰ ਬੋਡੀ ਸੈਲਸ ਦੇ ਵਿੱਚ ਅਲਕੋਹਲ ਜਿਹੜੀ ਆ ਇਟ ਆਕਸੀਡਾਈਜ਼ਡ, ਠੀਕ ਹੈ, ਆਕਸੀਜਨ ਨਾਲ ਰਿਐਕਟ ਕਰਦੀ ਹੈ, ਆਕਸੀਡਾਈਜ਼ਡ ਹੋ ਕੇ ਲਾਰਜ ਅਮਾਉਂਟ ਆਫ ਹੀਟ ਪ੍ਰੋਡਿਊਸ ਕਰਦੀ ਹੈਗੀ ਹੈ। ਔਰ ਇਹ ਜਿਹੜੀ ਹੀਟ ਪ੍ਰੋਡਿਊਸ ਹੁੰਦੀ ਹੈ, ਠੀਕ ਹੈ, ਇਹਦਾ ਦੂਸਰੇ ਬੋਡੀ ਦੇ એનર્ਜੀ ਨੀਡਸ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਾਂ ਸੋ ਇਟ ਕੈਨੋਟ ਬੀ ਯੂਜ਼ਡ ਇਨ ਮੈਟਾਬੋਲਿਜ਼ਮ। ਜਿਵੇਂ ਅਸੀਂ ਫੂਡ ਖਾਂਦੇ ਆ, ਠੀਕ ਹੈ, ਫੂਡ ਡਾਈਜੈਸਟ ਹੁੰਦਾ ਆ ਥਰੂ ਬਲੱਡ, ਉਹ ਸਾਡੇ ਸੈਲਸ ਦੇ ਵਿੱਚ ਟਰਾਂਸਪੋਰਟ ਹੋ ਜਾਂਦਾ ਆ, ਉੱਥੇ ਆਕਸੀਜਨ ਦੇ ਨਾਲ ਕੰਬਾਈਨ ਕਰਦਾ ਆ, ਆਕਸੀਡਾਈਜ਼ਡ ਹੁੰਦਾ ਆ ਤੇ એનર્ਜੀ ਪ੍ਰੋਡਿਊਸ ਹੁੰਦੀ ਹੈ। ਔਰ ਉਹ એનર્ਜੀ ਜਿਹੜੀ ਹੈਗੀ ਹੈ ਸਾਡੀ ਬੋਡੀ ਵੇਰੀਅਸ ਐਕਟੀਵਿਟੀਜ਼ ਕਰਨ ਦੇ ਲਈ ਯੂਜ਼ ਕਰਦੀ ਹੈ। ਪਰ ਜਿਹੜੀ ਅਲਕੋਹਲ ਜਦੋਂ ਬਲੱਡ ਦੇ ਨਾਲ ਬੋਡੀ ਸੈਲਸ ਤੱਕ ਪਹੁੰਚ ਗਈ, ਉੱਥੇ ਆਕਸੀਡਾਈਜ਼ਡ ਹੋਈ, ਲਾਰਜ ਅਮਾਉਂਟ ਆਫ ਹੀਟ ਪ੍ਰੋਡਿਊਸ ਹੋਈ, ਤਾਂ ਉਹ ਜਿਹੜੀ ਹੀਟ ਹੈਗੀ ਆ ਉਹਨੂੰ ਬੋਡੀ ਜਿਹੜੀ ਹੈਗੀ ਉਹ ਯੂਜ਼ ਨਹੀਂ ਕਰਦੀ ਹੈਗੀ ਆ, ਠੀਕ ਹੈ। ਸੋ ਇਟ ਕੈਨੋਟ ਬੀ ਯੂਜ਼ਡ ਇਨ ਮੈਟਾਬੋਲਿਜ਼ਮ। ਸੋ ਪ੍ਰੈਜ਼ੈਂਸ ਆਫ ਐਲਕੋਹਲ ਇਨ ਬੋਡੀ ਟਿਸ਼ੂਜ਼ ਹੈਜ਼ ਇਲ ਇਫੈਕਟਸ ਔਨ ਹਿਊਮਨ ਹੈਲਥ। ਇਸ ਕਰਕੇ ਅਸੀਂ ਜਿਹੜੀ ਅਲਕੋਹਲ ਹੈਗੀ ਉਹਨੂੰ ਫੂਡ ਕੰਸੀਡਰ ਨਹੀਂ ਕਰਦੇ। ਹੁਣੀ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਉਹਦੀ ਆਕਸੀਡੇਸ਼ਨ ਦੇ ਨਾਲ એનર્ਜੀ ਪ੍ਰੋਡਿਊਸ ਹੁੰਦੀ ਹੈ ਉਹਨੂੰ ਬੋਡੀ ਆਪਣੇ એનર્ਜੀ ਨੀਡਸ ਲਈ ਯੂਜ਼ ਨਹੀਂ ਕਰਦੀ ਹੈ। ਇਟ ਕੈਨੋਟ ਬੀ ਯੂਜ਼ਡ ਇਨ ਮੈਟਾਬੋਲਿਜ਼ਮ। ਸੋ ਐਲਕੋਹਲ ਇਜ਼ ਨਾਟ ਕੰਸੀਡਰਡ ਐਜ਼ ਅ ਫੂਡ, ਠੀਕ ਹੈ। ਹੁਣ ਮੋਡ ਆਫ ਇਨਟੇਕ, ਅਲਕੋਹਲ ਜਿਹੜੀ ਹੈਗੀ ਆ ਉਹਨੂੰ ਪਰਸਨ ਕਿਵੇਂ ਲੈਂਦਾ ਹੈ? ਮੋਡ ਆਫ ਇਨਟੇਕ ਕੀ ਹੈ? ਓਰਲ। ओरल मीन्स थ्रू माउथ, ठीक है। ये तो हो गया मोड ऑफ इनटेक। नेक्स्ट है गया मोड ऑफ एक्शन। एल्कोहल बॉडी विच जाके किवें ओदा एक्शन हुंदा है। अल्कोहल एक्ट एज सिडेटिव। अल्कोहल जड़ी हैगी इट एक्ट एज सिडेटिव, डिप्रेसेंट, and anesthetic. Alcohol act as sedative, depressant and anesthetic. Sedative ਦਾ ਮਤਲਬ ਕੀ ਹੈਗਾ? It decreases the functional activity. It decreases the body functions ਨੂੰ decrease ਕਰ ਦਿੰਦੀ ਹੈਗੀ ਹੈ, स्लो डाउन कर देंदी है अल्कोहल। एंड डिप्रेसेंट का मतलब की हुंदा है? इट लोअर्स द एक्टिविटीज ऑफ सेंट्रल नर्वस सिस्टम। सेंट्रल नर्वस सिस्टम की एक्टिविटी नु स्लो डाउन कर देंदी है, घटा देंदी है, लोअर कर देंदी हैगी है, ठीक है। इस तरह डिप्रेसेंट के तौर पे काम करती हैगी है। एंड एनेस्थेटिक का मतलब की हो गया कि अल्कोहल जेडी हैगी है ये की करदी हैगी है? इट हैज एन एनेस्थेटिक इफेक्ट ऑन द नर्वस सिस्टम ते इहदा एनेस्थेटिक इफेक्ट हुंदा हैगा या ए सेरिब्रम, सेरिबेलम पार्ट ऑफ ब्रेन है एंड ਹੋਰ ਦੂਸਰੇ ਪਾਰਟਸ ਨੂੰ ਇਹ ਅਫੈਕਟ ਕਰਦੀ ਹੈ। ਇਸ ਤਰ੍ਹਾਂ ਜਿਹੜੀ ਅਲਕੋਹਲ ਹੈਗੀ ਆ ਇਟ ਐਕਟ ਐਜ਼ ਸਿਡੇਟਿਵ, ਡਿਪਰੈਸੈਂਟ ਐਂਡ ਅਨੈਸਥੈਟਿਕ।
as alcohol reduces the efficiency of every system of the body, so alcohol is not considered as a stimulant। ਤੁਸੀਂ ਇੱਥੇ ਦੇਖ ਹੀ ਰਹੇ ਹੋ ਕਿ ਸੈਡੇਟਿਵ ਦੇ ਤੌਰ ਤੇ ਅਲਕੋਹਲ ਕੰਮ ਕਰਦੀ ਹੈ, ਬਾਡੀ ਫੰਕਸ਼ਨਸ ਨੂੰ ਡਿਕਰੀਜ਼ ਕਰ ਦਿੰਦੀ ਹੈ, ਸੈਂਟਰਲ ਨਰਵਸ ਸਿਸਟਮ ਦੀ ਐਕਟੀਵਿਟੀ ਨੂੰ ਲੋਅਰ ਕਰ ਦਿੰਦੀ ਹੈ ਐਂਡ ਨਰਵਸ ਸਿਸਟਮ ਤੇ ਇਫੈਕਟ ਪਾਉਂਦੀ ਹੈਗੀ ਹੈ। ਇਸ ਕਰਕੇ ਕੀ ਕਰਦੀ ਹੈ ਅਲਕੋਹਲ, ਇਟ ਡਿਕਰੀਜ਼ਸ ਦਾ efficiency of every system of the body ਦੇ ਹਰ ਇੱਕ ਸਿਸਟਮ ਦੀ efficiency ਨੂੰ ਡਿਕਰੀਜ਼ ਕਰ ਦਿੰਦੀ ਹੈ, ਘਟਾ ਦਿੰਦੀ ਹੈਗੀ ਆ। ਸੋ ਅਲਕੋਹਲ ਜਿਹੜੀ ਹੈਗੀ ਆ it is not considered as a stimulant, ਇਸ ਲਈ ਇਹਨੂੰ ਅਸੀਂ stimulant ਨਹੀਂ ਕਹਿੰਦੇ, not considered as stimulant। ठीक है स्टूडेंट्स, ये था सीगा मोड ऑफ एक्शन। नाउ वी विल डिस्कस द इफेक्ट्स ऑफ अल्कोहल। अल्कोहल दे की इफेक्ट्स हैगे आ बॉडी ते, अच्छे तो इफेक्ट्स होंगे नहीं अल्कोहल दे शराब दे, केड़े इफेक्ट्स होंगे, इल इफेक्ट्स, दुष्प्रभाव, बुरे प्रभाव होंगे अल्कोहल दे, केड़े केड़े हैगे हैं वो मैं इत्थे बारी बारी लिख दिंदी हां। फर्स्ट वन इज लॉस ऑफ जजमेंट, जजमेंट नहीं कर पाਉਂਦਾ पर्सन ਜਿਹੜਾ ਅਲਕੋਹਲ ਲੈ ਰਿਹਾ ਹੈ। ਸੈਕੰਡ ਵਨ ਇਜ਼ ਲਾਸ ਆਫ ਵਿਲ ਪਾਵਰ, ਉਹਦੇ ਵਿੱਚ ਵਿਲ ਪਾਵਰ ਦੀ ਇੱਛਾ ਸ਼ਕਤੀ ਦੀ ਕਮੀ ਹੋ ਜਾਂਦੀ ਹੈ। ਥਰਡ ਵਨ ਇਜ਼ ਲਾਸ ਆਫ ਸੈਲਫ ਕੰਟਰੋਲ, ਉਹਦਾ ਆਪਣੇ ਆਪ ਤੇ ਕੋਈ ਕੰਟਰੋਲ ਨਹੀਂ ਰਹਿੰਦਾ। फोर्थ वन इज लॉस ऑफ इमोशनल कंट्रोल, लॉस ऑफ इमोशनल कंट्रोल, ਉਹਦਾ ਆਪਣੀ ਇਮੋਸ਼ਨਸ ਤੇ ਕੋਈ ਕੰਟਰੋਲ ਨਹੀਂ ਰਹਿੰਦਾ। ਇਸ ਕਰਕੇ ਤੁਸੀਂ ਦੇਖਿਆ ਹੀ ਆ ਕਿ ਜਿਹੜਾ ਸ਼ਰਾਬੀ ਹੁੰਦਾ ਹੈ ਪਰਸਨ, ਉਹ ਕੀ ਹੈਗਾ ਆ ਫੁਲਿਸ਼ ਲਾਫਟਰ, ਮੂਰਖਾਂ ਵਾਂਗੂ ਹੱਸੀ ਜਾ ਰਿਹਾ ਆ, ਜਾਂ ਜੇ ਰੋਣਾ ਸ਼ੁਰੂ ਕੀਤਾ ਤਾਂ ਉਹ ਰੋਈ ਜਾ ਰਿਹਾ ਹੈਗਾ ਆ। ਇਹ ਹੈਗਾ ਲॉस ਆਫ ਇਮੋਸ਼ਨਲ ਕੰਟਰੋਲ। नेक्स्ट पॉइंट हैगा या लॉस ऑफ मॉरल सेंस, मॉरल सेंस ਦੀ ਉਹਦੇ ਵਿੱਚ ਕਮੀ ਹੁੰਦੀ ਹੈ। ਇਸ ਕਰਕੇ ਜਿਹੜਾ ਅਲਕੋਹਲਿਕ ਪਰਸਨ ਹੈਗਾ ਆ ਉਹ ਐਂਟੀ ਸੋਸ਼ਲ ਬਿਹੇਵੀਅਰ ਸ਼ੋ ਕਰਦਾ ਹੈ, ਐਂਟੀ ਸੋਸ਼ਲ ਬਿਹੇਵੀਅਰ, ਐਂਟੀ ਸੋਸ਼ਲ ਐਕਟੀਵਿਟੀਜ਼ ਵਿੱਚ ਇਨਵੋਲਵ ਹੋ ਜਾਂਦਾ ਹੈ। ਠੀਕ ਹੈ, ਲੜਾਈ ਝਗੜੇ ਵਗੈਰਾ, ਚੋਰੀ ਵਗੈਰਾ ਦੇ ਵਿੱਚ। एंड नेक्स्ट हैगा या विजुअल प्रॉब्लम्स लाइक ब्लड विजन, ਉਹਦੀਆਂ ਵਿਜ਼ੂਅਲ ਪ੍ਰੋਬਲਮਸ ਉਹਨੂੰ ਹੋ ਜਾਂਦੀਆਂ। ਬਲੱਡ ਵਿਜ਼ਨ ਸਹੀ ਤਰੀਕੇ ਦੇ ਨਾਲ ਉਹਨੂੰ ਦਿਖਾਈ ਨਹੀਂ ਦਿੰਦਾ, ਧੁੰਦਲਾ ਦਿਖਾਈ ਦਿੰਦਾ ਹੈਗਾ ਆ। ਐਂਡ ਇਟ ਮੇ ਕਾਜ਼ ਪੈਪਟਿਕ ਅਲਸਰ, ਪੈਪਟਿਕ ਅਲਸਰ ਦਾ ਮਤਲਬ ਹੁੰਦਾ ਆ ਸਟਮਕ ਅਲਸਰ, ਪੇਟ ਦੇ ਵਿੱਚ ਜ਼ਖਮ ਹੋ ਜਾਂਦੇ ਹੈਗੇ ਆ। ਠੀਕ ਹੈ, और ਉਹਦੇ ਨਾਲ ਕੀ ਹੁੰਦਾ ਆ ਕਿ ਪੇਟ ਵਿੱਚ ਜ਼ਖਮ ਹੋ ਜਾਂਦੇ ਆ। ਕਿਵੇਂ ਹੋ ਜਾਂਦੇ ਆ ਜ਼ਖਮ, ਕਿ ਅਲਕੋਹਲ ਪੀਣ ਦੇ ਨਾਲ ਕੀ ਹੁੰਦਾ ਆ, ਉਹਦੇ ਸਟਮਕ ਦੇ ਵਿੱਚ ਐਸਿਡ ਜ਼ਿਆਦਾ ਪ੍ਰੋਡਿਊਸ ਹੁੰਦਾ ਆ, ਜਿਹਦੇ ਕਰਕੇ ਜਿਹੜੀ ਡਾਈਜੈਸਟਿਵ ਟ੍ਰੈਕ ਹੈਗੀ ਉਹਦੀ ਲਾਈਨਿੰਗ ਜਿਹੜੀ ਉਹ ਡੈਮੇਜ ਹੋ ਜਾਂਦੀ ਹੈ। ਨੈਕਸਟ ਹੈਗਾ ਆ ਇਟ ਮੇ ਕਾਜ਼ ਗੈਸਟ੍ਰਿਕ ਕਾਰਸੀਨੋਮਾ, ਗੈਸਟ੍ਰਿਕ ਕਾਰਸੀਨੋਮਾ ਵੀ हो सकता है पर्सन ਨੂੰ ਜਿਹੜਾ ਅਲਕੋਹਲ ਯੂਜ਼ ਕਰਦਾ ਹੈ। ਗੈਸਟ੍ਰਿਕ ਕਾਰਸੀਨੋਮਾ ਮੀਨਸ ਸਟਮਕ ਕੈਂਸਰ। एंड नेक्स्ट इट मे कॉज हेपेटाइटिस, हेपेटाइटिस हो सकता है पर्सन ਨੂੰ ਜਿਹੜਾ ਅਲਕੋਹਲ ਲੈ ਰਿਹਾ ਹੈਗਾ ਆ। ਨੈਕਸਟ ਇਜ਼ ਲਿਵਰ ਫੇਲਿयर, ਉਹਦਾ ਲਿਵਰ ਫੇਲ ਹੋ ਸਕਦਾ ਆ। नेक्स्ट इज फैटी लिवर सिंड्रोम, ਜਿਹੜਾ पर्सन अल्कोहल ले रहा है ਉਹਨੂੰ फैटी लिवर सिंड्रोम हो जाता है। ਹੁਣ फैटी लिवर सिंड्रोम ਕੀ ਹੁੰਦਾ ਹੈ ਕਿ ਜਦੋਂ पर्सन अल्कोहल ਲੈਂਦਾ ਹੈ ਤਾਂ अल्कोहल ਉਹਦੇ ਲਿਵਰ ਦੇ ਵਿੱਚ ਜਾ ਕੇ, ਠੀਕ ਹੈ, ਲਿਵਰ ਦੇ ਵਿੱਚ ਜਾ ਕੇ अल्कोहल ਜਿਹੜੀ ਹੈਗੀ ਆ ਉਹ ਐਸੀਟੈਲਡੀਹਾਈਡ ਦੇ ਵਿੱਚ ਚੇਂਜ ਹੋ ਜਾਂਦੀ ਹੈ। एसिटैल्डिहाइड टॉक्सिक कंपाउंड हैगा या, और ये जड़ा एसिटैल्डिहाइड हैगा या ये की करदा हैगा या, ये प्रोवाइड एनर्जी टू सिंथेसाइज फैट्स फ्रॉम अल्कोहल। ठीक है, लिवर दे विच जाके अल्कोहल एसिटैल्डिहाइड दे विच कन्वर्ट हो जाती है, और एसिटैल्डिहाइड जड़ा हैगा या
ਉਹ ਕੀ ਕਰਦਾ ਹੈਗਾ એનર્ਜੀ ਪ੍ਰੋਵਾਈਡ ਕਰਦਾ ਹੈ ਤਾਂ ਕਿ ਅਲਕੋਹਲ ਤੋਂ ਫਿਰ ਫੈਟ ਜਿਹੜਾ ਹੈਗਾ ਆ ਉਹ ਬਣਦਾ ਹੈਗਾ ਆ ਔਰ ਜਿਹਦੇ ਨਾਲ ਕੀ ਹੁੰਦਾ ਆ ਕਿ ਲਿਵਰ ਜਿਹੜਾ ਹੈਗਾ ਇਟ ਬਿਕਮਸ ਦਾ ਸਟੋਰ ਹਾਊਸ ਆਫ ਫੈਟ ਠੀਕ ਹੈ ਜਿਹਦੇ ਨਾਲ ਪਰਸਨ ਨੂੰ ਫਿਰ ਫੈਟੀ ਲਿਵਰ ਸਿੰਡਰੋਮ ਡਿਜ਼ੀਜ਼ ਹੋ ਜਾਂਦੀ ਹੈ ਐਂਡ ਇਟ ਮੇ ਕਾਜ਼ ਲਿਵਰ ਸੈਲ ਕਾਰਸੀਨੋਮਾ ਲਿਵਰ ਕੈਂਸਰ ਹੋ ਜਾਂਦਾ ਕਾਰਸੀਨੋਮਾ ਅਸੀਂ ਕੈਂਸਰ ਦੇ ਵਿੱਚ ਡਿਸਕਸ ਹੀ ਕੀਤਾ ਹੈ ਟਾਈਪ ਆਫ ਕੈਂਸਰ ਹੈਗਾ ਆ ਠੀਕ ਹੈ ਤੇ ਲਿਵਰ ਸੈਲ ਕਾਰਸੀਨੋਮਾ ਹੋ ਜਾਂਦਾ ਪਰਸਨ ਨੂੰ ਹੋ ਸਕਦਾ ਹੈ ਜਿਹੜਾ ਐਲਕੋਹਲ ਜਿਹੜਾ ਹੈਗਾ ਹੈ ਬਹੁਤ ਜ਼ਿਆਦਾ ਯੂਜ਼ ਕਰ ਰਿਹਾ ਹੈ ਲਿਵਰ ਕੈਂਸਰ ਹੋ ਜਾਂਦਾ ਹੈ ਐਂਡ ਇਟ ਮੇ ਕਾਜ਼ ਇਨਫਲੇਮੇਸ਼ਨ ਆਫ axons of ਨਿਊਰੋਨਸ ਜਿਹਦੇ ਨਾਲ ਕਿਹੜੀ ਡਿਜ਼ੀਜ਼ ਹੋ ਜਾਂਦੀ ਹੈ ਨਿਊਰਾਈਟਸ ਕਹਿੰਦੇ ਆ ਸਟੂਡੈਂਟਸ ਤੁਸੀਂ ਨਿਊਰੋਨ ਦਾ ਸਟਰਕਚਰ ਕੀਤਾ ਹੀ ਹੋਇਆ ਆ ਠੀਕ ਹੈ ਨਿਊਰੋਨ ਦਾ ਜਿਹੜਾ ਐਕਸਨ ਹੁੰਦਾ ਹੈਗਾ ਆ ਐਲਕੋਹਲ ਕੰਜ਼ੰਪਸ਼ਨ ਦੇ ਨਾਲ ਉਹਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈ ਜਿਹਦੇ ਨਾਲ ਨਿਊਰਾਈਟਸ ਜਿਹੜੀ ਨਾਂ ਦੀ ਡਿਜ਼ੀਜ਼ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਆ ਉਸ ਤੋਂ ਬਾਅਦ ਹੋਰ ਕਿਹੜੇ ਇਫੈਕਟਸ ਹੈਗੀ ਆ ਅਲਕੋਹਲ ਦੇ ਨੈਕਸਟ ਇਜ਼ it increases the blood pressure increase ਕਰ ਦਿੰਦਾ ਹੈਗਾ ਆ ਜਿਹਦੇ ਨਾਲ ਹਾਰਟ ਦੀ ਜਿਹੜੀ ਫੰਕਸ਼ਨਿੰਗ ਹੈਗੀ ਆ ਉਹਦੇ ਤੇ ਐਡਵਰਸਲੀ ਇਫੈਕਟ ਹੁੰਦਾ ਆ ਠੀਕ ਹੈ ਔਰ ਐਲਕੋਹਲ ਜਿਹੜਾ ਹੈਗਾ ਆ ਇਟ ਸਟਿਮੂਲੇਟਸ ਦਾ ਡੈਪੋਜੀਸ਼ਨ ਆਫ ਐਲਕੋਹਲਿਕ ਫੈਟਸ ਔਨ ਦਾ walls of blood vessels and blood vessels become rigid and brittle ਜਿਹੜਾ ਪਰਸਨ ਅਲਕੋਹਲ ਲੈ ਰਿਹਾ ਹੈਗਾ ਆ ਉਹਦੇ ਨਾਲ ਕੀ ਹੁੰਦਾ ਆ ਕਿ ਅਲਕੋਹਲ ਦੇ ਨਾਲ ਉਹਦੀਆਂ ਜਿਹੜੀਆਂ ਬਲੱਡ ਵੈਸਲਸ ਦੇ ਵਿੱਚ ਫੈਟ ਜਿਹੜਾ ਹੈਗਾ ਬਹੁਤ ਜ਼ਿਆਦਾ ਡਿਪੋਜ਼ਿਟ ਹੋ ਜਾਂਦਾ ਹੈਗਾ ਆ ਬਲੱਡ ਵੈਸਲਸ ਰਿਜਿਡ ਐਂਡ ਬ੍ਰਿਟਲ ਬਣ ਜਾਂਦੀਆਂ ਹੈਗੀਆਂ ਜਿਸ ਕਰਕੇ ਉਹਨਾਂ ਵਿੱਚੋਂ ਬਲੱਡ ਫਲੋ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੁੰਦਾ ਆ ਜਿਹਦੇ ਨਾਲ ਐਲਕੋਹਲਿਕ ਪਰਸਨ ਦਾ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਆ ਉਹ ਇਨਕਰੀਜ਼ ਹੋ ਜਾਂਦਾ ਹੈਗਾ ਆ ਨੈਕਸਟ ਪੁਆਇੰਟ ਇਨ ਸਿਵੀਅਰ ਕੇसेस alcoholism leads to cardiomyopathy severe cases ਦੇ ਵਿੱਚ ਕੀ ਹੁੰਦਾ ਹੈ ਐਲਕੋਹਲਿਜ਼ਮ ਦੇ ਨਾਲ ਕਾਰਡੀਓਮਾਇਓਪੈਥੀ ਡਿਜ਼ੀਜ਼ ਹੋ ਜਾਂਦੀ ਹੈ ਕਾਰਡੀਓਮਾਇਓਪੈਥੀ ਕੀ ਹੈ ਇਟ ਇਜ਼ ਦਾ ਡਿਜ਼ੀਜ਼ ਆਫ ਹਾਰਟ ਮਸਲਸ ਇਹ ਡਿਜ਼ੀਜ਼ ਹੈਗੀ ਆ ਇਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਮੇਕਸ ਇਟ ਹਾਰਡ ਫॉर ਦਾ ਹਾਰਟ ਟੂ deliver blood to the body and can lead to heart failure cardiomyopathy is a disease of heart muscles ਜਿਹੜਾ ਪਰਸਨ ਐਲਕੋਹਲ ਲੈ ਰਿਹਾ ਹੈ ਉਹਨੂੰ ਇਹ ਡਿਜ਼ੀਜ਼ ਹੋ ਜਾਂਦੀ ਹੈ ਇਸ ਡਿਜ਼ੀਜ਼ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਹਾਰਟ ਹੈਗਾ ਆ ਉਹ ਬਾਡੀ ਨੂੰ ਬਲੱਡ ਸਹੀ ਤਰੀਕੇ ਦੇ ਨਾਲ ਡਿਲੀਵਰ ਨਹੀਂ ਕਰ ਸਕਦਾ ਹੈਗਾ ਆ ਠੀਕ ਹੈ ਔਰ ਇਹਦੇ ਨਾਲ ਕੀ ਹੁੰਦਾ ਹਾਰਟ ਫੇਲਿਅਰ ਹੋ ਜਾਂਦਾ ਹੈ ਐਂਡ ਨੈਕਸਟ ਕੀ ਹੈਗਾ ਆ ਇਫੈਕਟ ਆਫ ਐਲਕੋਹਲ ਔਨ ਦਾ ਬਾਡੀ it adversely affects the kidneys ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈਗਾ ਆ ਜਿਹੜਾ ਪਰਸਨ ਜਿਹੜਾ ਆ ਐਲਕੋਹਲ ਲੈ ਰਿਹਾ ਹੈਗਾ ਆ and next point is alcohol decreases glucose level in the blood ਜਿਹੜਾ ਪਰਸਨ ਐਲਕੋਹਲ ਲੈ ਰਿਹਾ ਹੈਗਾ ਉਹਦੇ ਬਲੱਡ ਦੇ ਵਿੱਚ ਗਲੂਕੋਜ਼ ਲੈਵਲ ਡਿਕਰੀਜ਼ ਹੋ ਜਾਂਦਾ ਹੈਗਾ ਆ ਔਰ ਇਹਨੂੰ ਕੀ ਕਹਿੰਦੇ ਹੈਗੇ ਆ ਐਲਕੋਹਲਿਕ ਹਾਈਪੋਗਲਾਈਸੀਮੀਆ ਜਿਹੜਾ ਪਰਸਨ ਐਲਕੋਹਲ ਕੰਜ਼ਿਊਮ ਕਰ ਰਿਹਾ ਹੈਗਾ ਆ ਉਹਦੇ ਬਲੱਡ ਦੇ ਵਿੱਚ ਗਲੂਕੋਜ਼ ਲੈਵਲ ਡਿਕਰੀਜ਼ ਹੋ ਜਾਂਦਾ ਹੈ ਐਂਡ ਦਿਸ ਕੰਡੀਸ਼ਨ ਇਜ਼ ਨੋਨ ਐਜ਼ ਐਲਕੋਹਲਿਕ ਹਾਈਪੋਗਲਾਈਸੀਮੀਆ ਨੈਕਸਟ ਪੁਆਇੰਟ ਹੈ ਐਲਕੋਹਲਿਕ ਜਨਰਲੀ ਸਫਰਸ ਫਰਮ ਮੈਲਨਿਊਟ੍ਰੀਸ਼ਨ ਜਿਹੜਾ ਪਰਸਨ ਐਲਕੋਹਲਿਕ ਹੈਗਾ ਆ ਠੀਕ ਹੈ ਜਿਹੜਾ ਐਲਕੋਹਲ ਯੂਜ਼ ਕਰਦਾ ਹੈਗਾ ਆ that person suffers from malnutrition means ਕੁਪੋਸ਼ਣ ਠੀਕ ਹੈ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਜਦੋਂ ਉਹ ਮੈਲਨਿਊਟ੍ਰੀਸ਼ਨ ਦਾ ਸ਼ਿਕਾਰ ਹੋ ਗਿਆ ਤਾਂ ਉਹਦੀ ਜਿਹੜੀ ਬਾਡੀ ਹੈਗੀ ਹੈ that become more susceptible to diseases like pneumonia ਠੀਕ ਹੈ ਜਦੋਂ ਪਰਸਨ ਜਿਹੜਾ ਐਲਕੋਹਲ ਲੈ ਰਿਹਾ ਹੈਗਾ ਆ ਲਗਾਤਾਰ ਉਹ ਐਡਿਕਟ ਹੋ ਗਿਆ ਐਲਕੋਹਲ ਕੰਜ਼ਿਊਮ ਕਰੀ ਜਾ ਰਿਹਾ ਆ ਤਾਂ ਉਹ ਪਰਸਨ ਸਫਰਸ ਫਰਮ ਮੈਲਨਿਊਟ੍ਰੀਸ਼ਨ ਐਂਡ ਮੈਲਨਿਊਟ੍ਰੀਸ਼ਨ ਦੇ ਨਾਲ ਕੀ ਹੋਏਗਾ
he or she becomes more susceptible to diseases like pneumonia. Next हैगा या कि जेड़ा person alcohol consume कर रहा हैगा या that person suffers from anemia. ठीक है, और अनीमिया उन्हों हो जाएगा. अनीमिया की a condition in which blood does not have enough healthy red blood cells or which leads to reduced flow of oxygen to the body organs. अल्कोहलिक पर्सन जड़ा अनीमिया तो प्रभावित हो जाएगा, अनीमिया हो जाएगा उन्होंने. और अनीमिया वो कंडीशन हैगी है जिहदे विच ब्लड विच इनफ रेड ब्लड सैल्स जड़े हैगे वो नहीं हुंदे आ, जिस करके जड़ा हैगा या बॉडी ऑर्गन्स नू घट ऑक्सीजन जड़ी वो मिलती है. नेक्स्ट हैगा या अल्कोहलिक पर्सन सफर्स फ्रॉम विटामिन ए डेफिशिएंसी. एल्कोहलिक पर्सन जड़ा हैगा या ओदी बॉडी दे विच विटामिन ए दी डेफिशिएंसी हो जाती है. And next point, the use of alcohol during pregnancy. Pregnancy ਦੇ ਦੌਰਾਨ ਜੇ ਫੀਮੇਲ ਅਲਕੋਹਲ ਕੰਜ਼ਿਊਮ ਕਰ ਰਹੀ ਹੈਗੀ ਆ ਤਾਂ it adversely affect the growth of the fetus. ਤਾਂ ਜਿਹੜਾ ਫੀਟਸ ਹੈਗਾ ਆ, ਬੱਚਾ ਹੈਗਾ ਆ, ਉਹਦੀ ਗਰੋਥ ਤੇ ਐਡਵਰਸ ਇਫੈਕਟ ਪੈਂਦਾ ਹੈਗਾ ਆ. ਸੋ ਸਟੂਡੈਂਟਸ ਇਹ ਤਾਂ ਸਾਰਾ ਸੀਗਾ ਕਿ ਐਲਕੋਹਲ ਦੇ ਕੀ ਇਲ ਇਫੈਕਟਸ ਹੈਗੇ ਆ. ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਟੌਪਿਕ ਐਲਕੋਹਲਿਜ਼ਮ. Regular consumption of alcohol either in low concentration. Regular consumption. रोज अल्कोहल कंज्यूम की जा रही है आइदर इन लो कंसेंट्रेशन, बियर वाइन एक्स्ट्रा, और इन हाई कंसेंट्रेशन, ब्रांडी विस्की, rum, gin extra. Regular consumption of alcohol either in low concentration in the form of beer wine extra or in high concentration in the form of brandy, whiskey, rum, gin extra. It causes dependency on alcohol which is called alcoholism. Regular तौर ते बंदा alcohol use कर रहा हैगा या, ठीक है, और ਤਾਂ ਉਹਦੇ ਨਾਲ ਕੀ ਆ ਪਰਸਨ ਜਿਹੜਾ ਆ ਉਹ alcohol ਤੇ depend ਹੋ ਜਾਂਦਾ ਹੈ and this is known as alcoholism. ਤੇ ਜਿਹੜਾ ਪਰਸਨ ਹੈਗਾ the person who has become a habitual drinker, ਜਿਹਨੂੰ ਹੈਬਿਟ ਹੋ ਗਈ ਹੈ, ਲੱਤ ਲੱਗ ਗਈ, ਆਦਤ ਹੋ ਗਈ ਹੈ ਡਰਿੰਕਿੰਗ ਕਰਨ ਦੀ, ਉਸ ਪਰਸਨ ਨੂੰ ਅਸੀਂ ਕੀ ਕਹਿੰਦੇ ਹੈਗੇ ਆ, that person is known as alcoholic. Now students, drinking and driving ਅਸੀਂ ਇੱਕ ਛੋਟਾ ਜਿਹਾ ਟੌਪਿਕ ਲੈਂਦੇ ਆ. ਐਲਕੋਹਲ ਜਿਹੜੀ ਹੈਗੀ ਇਟ ਐਡਵਰਸਲੀ ਇਫੈਕਟਸ ਦਾ ਡਰਾਈਵਰਸ. ਜਿਹੜੇ ਡਰਾਈਵਰਸ ਹੈਗੇ ਡਰਾਈਵ ਕਰ ਰਹੇ ਆ, ਗੱਡੀਆਂ ਚਲਾਉਂਦੇ ਹੈਗੇ ਆ, ਠੀਕ ਹੈ, ਕਾਰ, ਸਕੂਟਰ, ਬੱਸ, ਜੋ ਵੀ ਹੈ, ਮਤਲਬ ਵਹੀਕਲ ਚਲਾ ਰਹੇ ਹੈਗੇ ਆ, ਤਾਂ ਉਸ ਡਰਾਈਵਰ ਤੇ ਐਲਕੋਹਲ ਕੀ ਇਫੈਕਟ ਪੈਂਦਾ ਆ ਜੇ ਐਲਕੋਹਲ ਪੀ ਕੇ ਜਿਹੜਾ ਉਹ ਡਰਾਈਵ ਕਰ ਰਿਹਾ ਹੈ. ਇਟ ਇੰਪੇਅਰਸ ਜਜਮੈਂਟ ਆਫ ਦਾ ਡਿਸਟੈਂਸ, ਠੀਕ ਹੈ, ਜਜਮੈਂਟ ਆਫ ਡਿਸਟੈਂਸ. ਡਿਸਟੈਂਸ ਜਿਹੜਾ ਹੈਗਾ ਆ ਉਹਦਾ ਸਹੀ ਅੰਦਾਜ਼ਾ ਉਸ ਪਰਸਨ ਨੂੰ ਨਹੀਂ ਲੱਗੇਗਾ. इतने मैं पॉइंट्स लिख देती हूँ. Alcohol adversely affects the driver. It impairs the judgment of distance. ਉਹ ਦੂਰੀ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਦੂਸਰਾ ਵਹੀਕਲ ਉਹਦੇ ਤੋਂ ਕਿੰਨੀ ਦੂਰ ਹੈਗਾ ਆ, ਠੀਕ ਹੈ. ਔਰ ਸੈਕਿੰਡ ਹੈਗਾ ਹੈ ਇਟ ਰਿਡਿਊਸਿਸ ਕੋਆਰਡੀਨੇਸ਼ਨ ਆਫ ਲਿੰਬ ਮਸਲਸ. ਲਿੰਬ ਮਸਲਸ ਦੀ ਕੋਆਰਡੀਨੇਸ਼ਨ ਨੂੰ ਰਿਡਿਊਸ ਕਰ ਦਿੰਦਾ ਹੈ, ਕਿਉਂਕਿ ਜਦੋਂ ਅਸੀਂ ਡਰਾਈਵਿੰਗ ਕਰ ਰਹੇ ਹਾਂ, ਜੇ ਸਿੰਪਲ ਅਸੀਂ ਕਾਰ ਡਰਾਈਵ ਕਰ ਰਹੇ ਹੈਗੇ ਆ
ਤਾਂ ਸਾਡੇ ਲਿੰਬਸ ਬਾਹਾਂ ਲੱਤਾਂ ਦੀ ਸਹੀ ਕੋਆਰਡੀਨੇਸ਼ਨ ਹੋਏਗੀ, ਤਾਂ ਹੀ ਅਸੀਂ ਸਹੀ ਤਰੀਕੇ ਦੇ ਨਾਲ ਡਰਾਈਵ ਕਰ ਸਕਦੇ ਹਾਂ। ਐਂਡ ਥਰਡ ਵਨ ਇਜ਼ ਇਟ ਰਿਡਿਊਸਿਸ ਅਲਰਟਨੈਸ, ਡਰਾਈਵਰ ਅਲਰਟ ਨਹੀਂ ਚੰਗੇ ਤਰੀਕੇ ਦੇ ਨਾਲ ਹੋਏਗਾ, ਚੁਕੰਨਾ ਨਹੀਂ ਰਹੇਗਾ, ਤਾਂ ਉਹਦੇ ਨਾਲ ਕੀ ਐਕਸੀਡੈਂਟ ਦੇ ਚਾਂਸਸ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਸਕਦੇ ਹੈਗੇ ਆ। ਇਟ ਮੇ ਕਾਜ਼ ਬਲਰਡ ਵਿਜ਼ਨ, it may cause blurred and tunnel vision। blurred vision ਦਾ ਮਤਲਬ ਹੁੰਦਾ ਹੈ ਕਿ ਉਹਨੂੰ ਧੁੰਦਲਾ ਦਿਖਾਈ ਦੇਗਾ, ਸਾਫ਼-ਸਾਫ਼ ਨਹੀਂ ਦਿਖਾਈ ਦੇਗਾ, ਤਾਂ ਉਹਦੇ ਨਾਲ ਵੀ ਐਕਸੀਡੈਂਟ ਦੇ ਚਾਂਸਸ ਹੈ ਜੇ ਡਰਾਈਵਰ ਅਲਕੋਹਲ ਜਿਹੜਾ ਹੈਗਾ ਕੰਜ਼ਿਊਮ ਕਰਕੇ ਡਰਾਈਵਿੰਗ ਕਰ ਰਿਹਾ ਹੈਗਾ ਜਾਂ ਠੀਕ ਹੈ। ਤਾਂ ਬਲਰਡ ਵਿਜ਼ਨ ਤੇ ਟਨਲ ਵਿਜ਼ਨ ਦਾ ਮਤਲਬ ਕੀ ਹੁੰਦਾ, ਜਿਵੇਂ ਟਨਲ ਹੁੰਦੀ ਹੈ ਗੁਫਾ, ਕਿ ਉਹਨੂੰ ਇਸ ਤਰ੍ਹਾਂ ਬਿਲਕੁਲ ਸਿੱਧਾ ਹੀ ਦਿਖੇਗਾ, ਉਹਨੂੰ ਇਸ ਤਰ੍ਹਾਂ ਸਾਈਡਾਂ ਤੇ ਨਹੀਂ, ਠੀਕ ਹੈ, ਉਹਨੂੰ ਸਹੀ ਤਰੀਕੇ ਦੇ ਨਾਲ ਉਹਦੀ ਪੈਰੀਫੇਰਲ ਵਿਜ਼ਨ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਕੀ ਹੋਏਗਾ, ਲੂਜ਼ ਹੋ ਜਾਏਗੀ, ਠੀਕ ਹੈ, ਬਿਲਕੁਲ ਸਿੱਧਾ ਹੀ ਦਿਖੇਗਾ। ਜਦ ਕਿ ਜਿਹੜਾ ਡਰਾਈਵਰ ਹੈਗਾ ਆ ਉਹਨੂੰ ਸਾਰੇ ਪਾਸੇ ਉਹਦੀ ਵਿਜ਼ਨ ਹੋਣੀ ਚਾਹੀਦੀ ਆ ਕਿ ਆਲੇ ਦੁਆਲੇ ਵੀ ਉਹਨੂੰ ਦਿਖਣਾ ਚਾਹੀਦਾ, ਤਾਂ ਹੀ ਉਹ ਸਹੀ ਤਰੀਕੇ ਦੇ ਨਾਲ ਡਰਾਈਵ ਕਰ ਸਕਦਾ ਆ ਬਿਨਾਂ ਕਿਸੇ ਐਕਸੀਡੈਂਟ ਤੋਂ। ਪਰ ਜਿਹੜਾ ਐਲਕੋਹਲ ਕੰਜ਼ਿਊਮ ਕਰੇਗਾ ਉਹਦੀ ਵਿਜ਼ਨ ਬਲਰਡ ਐਂਡ ਟਨਲ ਵਿਜ਼ਨ ਹੋ ਜਾਏਗੀ। ਐਂਡ ਫਿਫਥ ਵਨ ਇਜ਼ ਇਟ ਸਲੋਜ਼ ਦਾ ਰਿਸਪੌਂਸਿਸ ਟੂ ਅਨਐਕਸਪੈਕਟਡ ਸਿਚੁਏਸ਼ਨਸ। ਕੋਈ ਐਕਸਪੈਕਟ ਨਹੀਂ ਕੀਤਾ ਹੋਇਆ ਪਰ ਇੱਕਦਮ ਹੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਵੇ ਤਾਂ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਸਿਚੁਏਸ਼ਨਸ ਦੇ ਪ੍ਰਤੀ ਆਪਣਾ ਰਿਸਪੌਂਸ ਨਹੀਂ ਦੇ ਸਕਦਾ। ਸਮਝ ਲਓ ਡਰਾਈਵ ਕਰ ਰਿਹਾ ਹੈਗਾ ਜਾਂ ਇੱਕਦਮ ਹੀ ਕੋਈ ਸਾਹਮਣੇ ਆ ਜਾਵੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੋ ਜਾਵੇ, ਤਾਂ ਇੱਕਦਮ ਉਹ ਜਿਹੜਾ ਪਰਸਨ ਹੈਗਾ ਜਾਂ ਜਿਹਨੇ ਅਲਕੋਹਲ ਕੰਜ਼ਿਊਮ ਕੀਤੀ ਹੈ ਔਰ ਉਹ ਡਰਾਈਵ ਕਰ ਰਿਹਾ, ਤਾਂ ਉਹਨਾਂ ਅਨਐਕਸਪੈਕਟਡ ਸਿਚੁਏਸ਼ਨਸ ਦੇ ਪ੍ਰਤੀ ਇੱਕਦਮ ਆਪਣਾ ਕੋਈ ਅੱਛਾ ਰਿਸਪੌਂਸ ਨਹੀਂ ਦੇ ਸਕਦਾ, ਤਾਂ ਉਹਦੇ ਨਾਲ ਐਕਸੀਡੈਂਟ ਦੇ ਚਾਂਸਸ ਵੱਧ ਜਾਣਗੇ। ਤੇ ਨੈਕਸਟ ਹੈਗਾ ਐਲਕੋਹਲਿਕ ਡਰਾਈਵਰਸ ਬਿਕਮ ਰੈਸ਼ ਐਂਡ ਕੇਅਰਲੈਸ। ਉਹ ਰੈਸ਼ ਐਂਡ ਕੇਅਰਲੈਸ ਐਲਕੋਹਲਿਕ ਡਰਾਈਵਰਸ ਹੋਣਗੇ, ਮਤਲਬ ਰੈਸ਼ ਗਲਤ ਜੇ ਤਰੀਕੇ ਦੇ ਨਾਲ ਵਧੀਆ ਉਹ ਡਰਾਈਵਿੰਗ ਨਹੀਂ ਕਰਨਗੇ। ਇਸ ਕਰਕੇ ਸੋ ਸਟੂਡੈਂਟਸ ਐਲਕੋਹਲਿਜ਼ਮ ਨਾਟ ਓਨਲੀ ਪੁੱਟ ਦਾ ਲਾਈਫ ਆਫ ਦਾ ਡਰਾਈਵਰ ਇਨ ਡੇਂਜਰ ਬਟ ਆਲਸੋ ਆਫ ਮੈਨੀ ਇਨੋਸੈਂਟ ਪੀਪਲ। ਕਿਉਂਕਿ ਜਿਹੜਾ ਡਰਾਈਵ ਕਰ ਰਿਹਾ ਜੇ ਉਹਨੇ ਅਲਕੋਹਲ ਕੰਜ਼ਿਊਮ ਕੀਤੀ ਹੈ ਤਾਂ ਉਹਦੇ ਨਾਲ ਇਹ ਸਾਰੇ ਜੋ ਮੈਂ ਇੱਥੇ ਤੁਹਾਨੂੰ ਦੱਸੇ ਹੈਗੇ ਆ ਕਿ ਇਹ ਵਾਲੇ ਇਫੈਕਟਸ ਉਹਦੇ ਤੇ ਹੋਣਗੇ, ਤਾਂ ਉਹ ਆਪਣੀ ਲਾਈਫ ਨੂੰ ਤਾਂ ਐਕਸੀਡੈਂਟ ਹੋ ਗਿਆ, ਆਪਣੀ ਲਾਈਫ ਨੂੰ ਤਾਂ ਰਿਸਕ ਵਿੱਚ ਪਾ ਰਿਹਾ ਆ, ਪਰ ਉਹਦੇ ਨਾਲ ਜਿਹੜੇ ਦੂਸਰੇ ਇਨੋਸੈਂਟ ਪੀਪਲ ਹੈਗੇ ਆ ਜਾ ਰਹੇ ਹੈਗੇ ਆ ਰੋਡ ਤੇ, ਉਹਨਾਂ ਦੀ ਲਾਈਫ ਵੀ ਜਿਹੜੀ ਹੈਗੀ ਆ ਉਹ ਖਤਰੇ ਵਿੱਚ ਆ ਜਾਂਦੀ ਹੈਗੀ ਹੈ। ਸੋ ਐਲਕੋਹਲ ਡਰਿੰਕਿੰਗ ਐਂਡ ਡਰਾਈਵਿੰਗ ਸ਼ੁੱਡ ਨਾਟ ਗੋ ਟੂਗੈਦਰ, ਠੀਕ ਹੈ। ਇਸ ਕਰਕੇ ਡਰਿੰਕ ਕਰਕੇ ਕਦੀ ਵੀ ਡਰਾਈਵ ਨਹੀਂ ਕਰਨਾ ਚਾਹੀਦਾ ਹੈਗਾ ਆ। ਐਨ ਐਲਕੋਹਲਿਕ ਇਜ਼ ਅ ਸਿਕ ਪਰਸਨ ਐਂਡ ਰਿਕੁਆਇਰਸ ਦਾ ਅਟੈਂਸ਼ਨ ਆਫ ਦਾ ਫੈਮਿਲੀ ਐਂਡ ਫਰੈਂਡਸ ਟੂ ਗੈਟ ਰਿਡ ਆਫ ਐਲਕੋਹਲ। ਜਿਹੜਾ ਐਲਕੋਹਲਿਕ ਪਰਸਨ ਹੈ ਜਿਹਨੂੰ ਐਲਕੋਹਲ ਦੀ ਆਦਤ ਲੱਗ ਗਈ ਹੈ, ਉਹ ਰੈਗੂਲਰ ਤੌਰ ਤੇ ਐਲਕੋਹਲ ਕੰਜ਼ਿਊਮ ਕਰ ਰਿਹਾ ਹੈ, ਉਹਨੂੰ ਇੱਕ ਸਿਕ ਪਰਸਨ ਦੇ ਤੌਰ ਤੇ ਟ੍ਰੀਟ ਕਰਨਾ ਚਾਹੀਦਾ। ਉਹਨੂੰ ਫੈਮਿਲੀ ਫਰੈਂਡਸ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਉਸ ਪਰਸਨ ਨੂੰ ਐਲਕੋਹਲ ਜਿਹੜਾ ਹੈਗਾ ਉਹਦੇ ਤੋਂ ਛੁਟਕਾਰਾ ਦਵਾ ਸਕਣ। So students, this is all about tobacco and alcohol. I hope students ਤੁਹਾਨੂੰ ਇਹਨਾਂ ਦੇ tobacco and alcohol ਦੇ ਕੀ ill effects ਹੈ ਸਾਡੀ ਬੋਡੀ ਤੇ ਉਹ ਅੱਛੀ ਤਰੀਕੇ ਦੇ ਨਾਲ ਕਲੀਅਰ ਹੋ ਗਏ ਹੋਣਗੇ। So thank you so much students for watching.